ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾਵਾਂ ਵਿੱਚ ਵੱਖ-ਵੱਖ ਜਗ੍ਹਾ ਤੇ ਨਾਮ ਕਿਸ ਤਰ੍ਹਾਂ ਸਾਡੇ ਜੀਵਨ ਵਿੱਚ ਸਹਾਈ ਹੁੰਦਾ ਹੈ, ਇਸ ਬਾਰੇ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਵਿੱਚੋਂ 3 ਘਟਨਾਵਾਂ ਅੱਜ ਆਪ ਜੀ ਨਾਲ ਸਾਂਝ ਪਾਵਾਂਗੇ। ਸੋ ਪਹਿਲੀ ਘਟਨਾ ਤੋਂ ਸ਼ੁਰੂ ਕਰਦੇ ਹਾਂ। ਨਾਮ ਸਹਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਾਲੇ ਨਾਮ ਜਪਾਉਣ ਦਾ ਪ੍ਰਚਾਰ ਆਰੰਭ ਕੀਤਾ ਹੀ ਸੀ ਕਿ ਇੱਕ ਮਨੁੱਖ ਨੇ ਆ ਕੇ ਚਰਨ ਪਾਉ ਲਈ ਅਤੇ ਸਿੱਖ ਸੱਜ ਗਿਆ। ਹਾਲਾਂ ਉਸਦੇ ਗੁਰੂ ਚਰਨਾਂ ਵਿੱਚ ਆਏ ਨੂੰ ਥੋੜੇ ਹੀ ਦਿਨ ਹੋਏ ਸਨ ਕਿ ਦਰਗਾਹ ਤੋਂ ਸੱਦਾ ਆ ਗਿਆ ਤੇ ਉਹ ਆਪਣੀ ਦੇਹ ਛੱਡ ਕੇ ਪਰਲੋਕਗਾਮੀ ਹੋ ਗਿਆ। ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਜੋ ਮਰਿਆ। ਜਦ ਧਰਮਰਾਜ ਦੇ ਅੱਗੇ ਪੇਸ਼ ਹੋਇਆ ਤਾਂ ਉਸਨੇ ਕਿਹਾ ਕਿ ਸਿੱਖ ਬਣਨ ਤੋਂ ਪਹਿਲਾਂ ਇਸਨੇ ਬੁਰੇ ਕਰਮ ਕੀਤੇ ਸਨ, ਇਸ ਵਾਸਤੇ ਇਸ ਨੂੰ ਨਰਕ ਵਿੱਚ ਲੈ ਜਾਵੋ ਤਾਂ ਜੋ ਆਪਣੇ ਕੀਤੇ ਦੀ ਸਜ਼ਾ ਭੁਗਤੇ। ਜਮਦੂਤ ਉਸ ਨੂੰ ਲੈ ਗਏ। ਹਾਲੇ ਇਹ ਨਰਕ ਦੀ ਹੱਦ ਤੇ ਪੁੱਜਾ ਹੀ ਸੀ ਕਿ ਮੋਹਲੇ ਤਾਰ ਵਰਖਾ ਸ਼ੁਰੂ ਹੋ ਗਈ। ਮੀਂਹ ਥੰਮੇ ਹੀ ਨਾ। ਉਸ ਥਾਂ ਤੇ ਕਾਰ ਮੁਖਤਿਆਰ ਸਭ ਘਬਰਾ ਗਏ। ਆਖਰਕਾਰ ਜਮਦੂਤ ਨੱਸ ਕੇ ਧਰਮਰਾਜ ਦੀ ਕਚਹਿਰੀ ਪੁੱਜਾ। ਉੱਥੇ ਜਾ ਕੇ ਉਸਨੇ ਦੇਖਿਆ ਕਿ ਇੱਥੇ ਵੀ ਬਾਰਿਸ਼ ਹੋ ਰਹੀ ਹੈ ਤੇ ਧਰਮਰਾਜ ਸਾਰਾ ਭਿੱਜਾ ਬੈਠਾ ਹੈ। ਹਾਲਾਂ ਜਮਦੂਤ ਕੁਝ ਕਹਿਣ ਹੀ ਲੱਗਾ ਸੀ ਕਿ ਅੱਗੋਂ ਧਰਮਰਾਜ ਬੋਲ ਪਿਆ ਕਿ ਉਹ ਜਿਹੜੇ ਸਿੱਖ ਨੂੰ ਤੂੰ ਨਰਕਾਂ ਨੂੰ ਲੈ ਗਿਆ ਹੈ, ਛੇਤੀ ਨਾਲ ਉਸਨੂੰ ਬਾਹਰ ਕੱਢ ਕੇ ਸੱਚਖੰਡ ਵਿੱਚ ਪਹੁੰਚਾ ਦੇ। ਦੂਤ ਨੇ ਇਸੇ ਤਰ੍ਹਾਂ ਹੀ ਕੀਤਾ। ਫੇਰ ਕਿਤੇ ਬਾਰਿਸ਼ ਬੰਦ ਹੋਈ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਜਮਦੂਤ ਦੇ ਪੁੱਛਣ ਤੇ ਧਰਮਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਅਕਾਲ ਪੁਰਖ ਨੂੰ ਜਗਤ ਜਲੰਦੇ ਤੇ ਤਰਸ ਆਇਆ ਸੀ, ਇਸ ਲਈ ਨਿਰੰਕਾਰ ਆਪ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦੁਨੀਆ ਵਿੱਚ ਗਿਆ ਹੈ। ਉੱਥੇ ਜਾ ਕੇ ਲੋਕਾਂ ਦੇ ਦੁੱਖਾਂ ਤੇ ਤਰਸ ਕਰਕੇ ਪਸੀਜ ਪਏ ਅਤੇ ਗੁਰੂ ਨਾਨਕ ਨੇ ਨਿਰੰਕਾਰ ਦਾ ਗੁੱਝਾ ਭੇਤ ਲੋਕਾਂ ਨੂੰ ਦੱਸ ਦਿੱਤਾ। ਉਹ ਭੇਦ ਹੈ ਕਿ ਜੋ ਕੋਈ ਇਨਸਾਨ ਭਾਵੇਂ ਕਿਹੋ ਜਿਹਾ ਵੀ ਹੋਵੇ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੇ ਤਾਂ ਨਿਰੰਕਾਰ ਆਪ ਉਸਦੇ ਹਿਰਦੇ ਵਿੱਚ ਆ ਬੈਠਦਾ ਹੈ। ਹਾਂਜੀ, ਉਹ ਭੇਦ ਇਹ ਹੈ ਕਿ ਜੋ ਕੋਈ ਇਨਸਾਨ ਭਾਵੇਂ ਕਿਹੋ ਜਿਹਾ ਵੀ ਹੋਵੇ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੇ ਤਾਂ ਨਿਰੰਕਾਰ ਆਪ ਉਸਦੇ ਹਿਰਦੇ ਵਿੱਚ ਆ ਬੈਠਦਾ ਹੈ। ਇਹ ਸਿੱਖ ਜੋ ਤੁਸੀਂ ਨਰਕਾਂ ਵੱਲ ਲੈ ਗਏ ਸੀ, ਵਾਹਿਗੁਰੂ ਦਾ ਨਾਮ ਜਪਦਾ ਸੀ, ਇਸ ਵਾਸਤੇ ਨਿਰੰਕਾਰ ਇਸ ਦੇ ਹਿਰਦੇ ਵਿੱਚ ਵਸਦਾ ਹੈ। ਇਸ ਨੂੰ ਨਰਕਾਂ ਦੀ ਅੱਗ ਦੀ ਗਰਮੀ ਪਹੁ ਨਹੀਂ ਸਕਦੀ, ਇਸ ਵਾਸਤੇ ਠੰਡ ਵਰਤਾਉਣ ਲਈ ਬਾਰਿਸ਼ ਸ਼ੁਰੂ ਹੋ ਗਈ। ਅੱਗੇ ਨੂੰ ਤੁਸੀਂ ਯਾਦ ਰੱਖਣਾ, ਕਿਸੇ ਨਾਮ ਜਪਣ ਵਾਲੇ ਦੇ ਨੇੜੇ ਨਹੀਂ ਜਾਣਾ, ਨਹੀਂ ਤਾਂ ਨਾ ਮੇਰੀ ਅਤੇ ਨਾ ਹੀ ਤੁਸਾਂ ਦੀ ਖੈਰ ਹੋਏਗੀ। ਪੰਚਮ ਪਾਤਸ਼ਾਹ ਨੇ ਇਸ ਦੀ ਸਾਖ ਇਸ ਸ਼ਲੋਕ ਵਿੱਚ ਇਉਂ ਭਰੀ ਹੈ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣੈ ਛੁਟੈ, ਨਿਕਟ ਨਾ ਜਾਈਏ ਦੂਤ। ਨਿਰੰਕਾਰ ਦਾ ਧਰਮ ਰਾਏ ਨੂੰ ਇਹ ਹੁਕਮ ਹੈ। ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਸੋ ਸਾਨੂੰ ਨਾਮ ਜਪਣਾ ਚਾਹੀਦਾ ਹੈ। ਜਿਹੜੇ ਅੱਗੇ ਜਪਦੇ ਹਨ ਵਡਭਾਗੀ ਹਨ, ਜਿਹੜੇ ਨਹੀਂ ਜਪਦੇ ਉਹ ਹੁਣ ਲੱਗ ਪੈਣ ਤਾਂ ਕਿ ਅਪਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਐ, ਜਮ ਕੀ ਤਰਾਸ ਨਾਸ ਹੋਏ ਖਿਨਮੈ, ਸੁਖ ਆਨੰਦ ਸੇਤੀ ਕਰ ਜਾਈਏ। ਹਾਂਜੀ, ਸੋ ਸਾਨੂੰ ਨਾਮ ਜਪਣਾ ਚਾਹੀਦਾ ਹੈ। ਜਿਹੜੇ ਅੱਗੇ ਜਪਦੇ ਹਨ ਵਡਭਾਗੀ ਹਨ, ਜਿਹੜੇ ਨਹੀਂ ਜਪਦੇ ਉਹ ਹੁਣ ਲੱਗ ਪੈਣ ਤਾਂ ਕਿ ਅਪਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਐ, ਜਮ ਕੀ ਤਰਾਸ ਨਾਸ ਹੋਏ ਖਿਨਮੈ, ਸੁਖ ਆਨੰਦ ਸੇਤੀ ਕਰ ਜਾਈਐ। ਜਮ ਕੀ ਤਰਾਸ ਨਾਸ ਹੋਏ ਖਿਨਮੈ, ਸੁਖ ਆਨੰਦ ਸੇਤੀ ਕਰ ਜਾਈਏ। ਸੋ ਇਹ ਸੀ ਪਹਿਲੀ ਘਟਨਾ। ਹੁਣ ਅਗਲੀ ਘਟਨਾ ਬਾਰੇ। ਔਕੜ ਵੇਲੇ ਨਾਮ ਹੀ ਸਹਾਈ ਹੁੰਦਾ ਹੈ।
ਜਿਸ ਮੁਸ਼ਕਲ ਵਿੱਚ ਕੋਈ ਢੋਈ ਨਾ ਦੇ ਸਕੇ, ਉਸ ਸਮੇਂ ਨਾਮ ਹੀ ਰੱਖਿਆ ਕਰਦਾ ਹੈ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਹਨ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਇ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਖ ਭੀ ਭਜ ਖਲੇ, ਸਭੋ ਭਜੇ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵਾਓ। ਨਹਿਰ ਦੇ ਮਹਿਕਮੇ ਵਿੱਚ ਇੱਕ ਸਿੱਖ ਇੰਜੀਨੀਅਰ ਸਨ। ਉਹਨਾਂ ਨੂੰ ਨਾਮ ਦੀ ਕਣੀ ਕਿਸੇ ਗੁਰਮੁਖ ਤੋਂ ਮਿਲੀ ਸੀ ਤੇ ਉਹਨਾਂ ਕੁਝ ਕਾਲ ਵੀ ਕੀਤੀ ਸੀ। ਕੁਝ ਪਿਛਲੇ ਕਰਮਾਂ ਕਰਕੇ ਐਸੇ ਕਾਰਨ ਹੋ ਗਏ ਜੋ ਉਹਨਾਂ ਦੇ ਆਪਣੇ ਮਹਿਕਮੇ ਦੇ ਅਫਸਰਾਂ ਨਾਲ ਅਣਬਣ ਹੋ ਗਈ। ਆਪਸ ਦੇ ਸੰਬੰਧ ਬਹੁਤ ਵਿਗੜ ਗਏ। ਉਹਨਾਂ ਨੇ ਕਿਸੇ ਝੂਠੇ ਵਲੀਵੇ ਵਿੱਚ ਇਸ ਨੂੰ ਫਸਾ ਕੇ ਬਦਨਾਮ ਤੇ ਖੁਆਰ ਕਰਨ ਦੀ ਵਿਉਂਤ ਬਣਾਈ। ਇਹਨਾਂ ਦੀ ਸੂਰਤ ਜੋ ਹਾਲਾਂ ਪੱਕੀ ਨਹੀਂ ਸੀ, ਡੋਲ ਗਈ। ਇਹਨਾਂ ਨੇ ਬਦਨਾਮੀ ਤੋਂ ਡਰਦਿਆਂ ਆਤਮਘਾਤ ਕਰਨ ਦਾ ਪੱਕਾ ਇਰਾਦਾ ਕਰ ਲਿਆ। ਨਹਿਰ ਤੇ ਜਾ ਕੇ ਕੋਟ ਲਾ ਕੇ ਰੱਖਿਆ ਤੇ ਪਾਣੀ ਵਿੱਚ ਛਾਲ ਮਾਰਨ ਹੀ ਲੱਗੇ ਸਨ ਕਿ ਮਨ ਦੀ ਡੂੰਘਾਈ ਵਿੱਚ ਨਾਮ ਸਫੁਰਨ ਹੋ ਗਿਆ। ਜਦ ਨਾਮ ਰਸਨਾ ਤੇ ਆਇਆ ਤਾਂ ਨਾਲ ਹੀ ਵਾਹਿਗੁਰੂ ਦੀ ਪ੍ਰਤੀਤੀ ਹੋ ਆਈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦੀ ਯਾਦ ਹੋ ਆਈ। ਜੋ ਸਵਾਮੀ ਸਭ ਦਾ ਰਾਖਾ ਹੈ, ਉਹ ਨਾਮ ਦੇ ਨਾਲ ਹੀ ਆ ਗਿਆ। ਹਿਰਦੇ ਵਿੱਚ ਆਇਆ ਕਿ ਮੈਂ ਤਾਂ ਸੱਚਾ, ਕੋਈ ਗੁਨਾਮੀ ਨਹੀਂ ਕੀਤੀ, ਮੈਂ ਕਿਉਂ ਡਰਾਂ। ਨਾਲ ਹੀ ਬਾਣੀ ਦੀ ਤੁਕ ਯਾਦ ਆ ਗਈ, ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਕਸੇਤ। ਬਸ ਸਿੰਘ ਸਾਹਿਬ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ। ਕੋਈ ਅਮਰੀ ਕਾਂਗ ਆਈ, ਇਹਨਾਂ ਦੀ ਸੂਰਤ ਚੜਾਅ ਵਿੱਚ ਹੋ ਗਈ। ਉਹ ਜੋ ਪਹਿ ਲੱਗ ਰਿਹਾ ਸੀ, ਜਿਸ ਕਰਕੇ ਇਹ ਆਤਮਘਾਤ ਕਰਨ ਲੱਗੇ ਸਨ, ਹਟ ਗਿਆ। ਨਾਮ ਦੇ ਆਸਰੇ ਹੋ ਕੇ ਨਿਰਭਉ ਹੋ ਗਏ। ਮਨ ਵਿੱਚ ਸ਼ਾਂਤੀ ਆ ਗਈ। ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਵਾਹਿਗੁਰੂ ਦਾ ਸ਼ੁਕਰ ਕੀਤਾ। ਉਧਰ ਉਹਨਾਂ ਦਾ ਸੱਚ ਉਗੜ ਆਇਆ ਤੇ ਵਿਰੋਧੀਆਂ ਦੀ ਚਾਲ ਨਿਸ਼ਫਲ ਹੋ ਗਈ। ਇਉਂ ਨਾਮ ਨੇ ਉਸ ਨੂੰ ਤੱਤੀ ਵਾਹ ਵੀ ਨਾ ਲੱਗਣ ਦਿੱਤੀ। ਹਾਂਜੀ, ਹੁਣ ਤੀਸਰੀ ਘਟਨਾ ਦੀ ਸਾਂਝ ਆਪਾਂ ਪਾਉਂਦੇ ਹਾਂ। ਸ਼੍ਰੀਮਾਨ ਭਾਈ ਸਾਹਿਬ ਕਿਹਾ ਕਰਦੇ ਸਨ ਕਿ ਸਾਡੇ ਪਾਪ ਭਾਵੇਂ ਕਿਤਨੇ ਵੀ ਹੋਣ, ਉਹ ਗਿਣਤੀ ਵਿੱਚ ਹਨ, ਹੱਦ ਵਿੱਚ ਹਨ, ਪਰ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੱਦੋਂ ਬਾਹਰ ਹੈ। ਇਸ ਲਈ ਉਸ ਦੀ ਬਖਸ਼ਿਸ਼ ਤੋਂ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਡਾ ਗੁਰੂ ਦੀ ਚਰਨ ਵਿੱਚ ਆਉਣ ਦੀ ਦੇਰ ਹੈ, ਉਸ ਦੀ ਬਖਸ਼ਿਸ਼ ਵਿੱਚ ਦੇਰ ਨਹੀਂ। ਇਸ ਬਾਰੇ ਆਪਨੇ ਆਪਣੀ ਜਵਾਨੀ ਵੇਲੇ ਦੀ ਇੱਕ ਵਾਰਤਾ ਸੁਣਾਈ। ਇੱਕ ਵਾਰ ਉਹਨਾਂ ਦਾ ਇੱਕ ਮਿੱਤਰ ਜਵਾਨੀ ਵਿੱਚ ਕੁਝ ਚਿਰ ਤੋਂ ਬਿਮਾਰ ਸੀ। ਉਸਨੇ ਭਾਈ ਸਾਹਿਬ ਨੂੰ ਸੱਦ ਭੇਜਿਆ ਕਿ ਆ ਕੇ ਮਿਲ ਜਾਓ। ਡਾਕਟਰਾਂ ਨੇ ਉਸ ਦੀ ਬਿਮਾਰੀ ਦੀ ਹਾਲਤ ਵੇਖ ਕੇ ਕਹਿ ਦਿੱਤਾ ਸੀ ਕਿ ਇਸ ਦੀ ਹਾਲਤ ਕਾਫੀ ਖਰਾਬ ਹੈ ਤੇ ਜੀਵਨ ਦੀ ਡੋਰ ਹੁਣ ਬਹੁਤ ਲੰਬੇਰੀ ਨਹੀਂ ਜਾਪਦੀ। ਭਾਈ ਸਾਹਿਬ ਦੇ ਆਉਣ ਤੇ ਉਹ ਸੱਜਣ ਉਹਨਾਂ ਅੱਗੇ ਫੁੱਟ ਕੇ ਰੋਇਆ। ਉਹ ਬੜੀ ਨਿਰਾਸ਼ਤਾ ਦੀ ਹਾਲਤ ਵਿੱਚ ਸੀ ਤੇ ਕਹਿਣ ਲੱਗਾ ਕਿ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਮੈਂ ਹੁਣ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹਾਂ। ਜਦ ਤੋਂ ਹੋਸ਼ ਸੰਭਾਲੀ ਹੈ, ਕੋਈ ਨੇਕੀ ਦਾ ਕੰਮ ਨਹੀਂ ਕੀਤਾ, ਜਿਸ ਕਰਕੇ ਮਰਨ ਤੋਂ ਡਰ ਲੱਗਦਾ ਹੈ। ਕੋਈ ਮਦਦਗਾਰ ਵੀ ਨਜ਼ਰ ਨਹੀਂ ਆਉਂਦਾ। ਮੇਰੀ ਰੂਹ ਦਾ ਕੀ ਬਣੇਗਾ? ਮਰ ਕੇ ਵੀ ਸ਼ਾਂਤੀ ਕੀ ਮਿਲਣੀ ਹੈ? ਮੈਨੂੰ ਰਾਤ ਦਿਨ ਇਹੋ ਡਰ ਖਾਈ ਜਾ ਰਿਹਾ ਹੈ। ਇਹ ਕਹਿ ਕੇ ਉਹ ਫਿਰ ਟਾਹਾਂ ਮਾਰ ਕੇ ਰੋਣ ਲੱਗ ਪਿਆ। ਭਾਈ ਸਾਹਿਬ ਨੇ ਉਸਨੂੰ ਬੜਾ ਦਿਲਾਸਾ ਦਿੱਤਾ ਤੇ ਕਿਹਾ ਕਿ ਦੱਸ, ਸਮੁੰਦਰ ਵੱਡਾ ਹੁੰਦਾ ਹੈ ਕਿ ਜਹਾਜ਼? ਉਸਨੇ ਨਿਮਰਤਾ ਨਾਲ ਉੱਤਰ ਦਿੱਤਾ ਕਿ ਸਮੁੰਦਰ ਵੱਡਾ ਹੁੰਦਾ ਹੈ, ਉਸ ਵਿੱਚ ਤਾਂ ਹਜ਼ਾਰਾਂ ਕਰੋੜਾਂ ਜਹਾਜ਼ ਗਰਕ ਹੋ ਜਾਣ ਤਾਂ ਵੀ ਪਤਾ ਨਾ ਲੱਗੇ। ਭਾਈ ਸਾਹਿਬ ਨੇ ਕਿਹਾ, ਇਹ ਠੀਕ ਹੈ, ਤੂੰ ਵੀ ਇਸੇ ਤਰ੍ਹਾਂ ਸਮਝ ਕਿ ਸਮੁੰਦਰ ਵਾਂਗੂ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਅਥਾਹ ਹੈ। ਇਸ ਵਿੱਚ ਕਿਤਨੇ ਵੀ ਪਾਪ ਹੋਣ, ਸਭ ਗਰਕ ਹੋ ਜਾਂਦੇ ਹਨ। ਸਤਿਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਨੂੰ ਕੋਈ ਛੋਟੀ ਚੀਜ਼ ਨਾ ਸਮਝ ਅਤੇ ਆਪਣੇ ਕੀਤੇ ਪਾਪਾਂ ਤੋਂ ਨਾ ਡਰ। ਸਤਿਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਨੂੰ ਕੋਈ ਛੋਟੀ ਚੀਜ਼ ਨਾ ਸਮਝ ਅਤੇ ਆਪਣੇ ਕੀਤੇ ਪਾਪਾਂ ਤੋਂ ਨਾ ਡਰ। ਪਾਪ ਜਿਤਨੇ ਵੀ ਹੋਣ, ਉਹ ਗਿਣਤੀ ਵਿੱਚ ਹਨ, ਪਰ ਮੇਰੇ ਗੁਰੂ ਨਾਨਕ ਦੀ ਮਿਹਰ ਤੇ ਬਖਸ਼ਿਸ਼ ਕਿਸੇ ਹੱਦ ਵਿੱਚ ਨਹੀਂ, ਬੇਅੰਤ ਹੈ। ਸਿਰਫ ਗੁਰੂ ਨਾਨਕ ਦੇ ਹੋਣ ਦੀ ਲੋੜ ਹੈ। ਗੁਰੂ ਨਾਨਕ ਦਾ ਦਰ ਮੱਲਣ ਦੀ ਲੋੜ ਹੈ। ਗੁਰੂ ਨਾਨਕ ਦਾ ਹੋਣ ਦੀ ਲੋੜ ਹੈ। ਉਸਨੇ ਫਿਰ ਪੁੱਛਿਆ ਕਿ ਦੱਸੋ, ਹੁਣ ਮੈਂ ਕੀ ਕਰਾਂ? ਹੁਣ ਇਹਨਾਂ ਰਹਿੰਦੇ ਥੋੜ੍ਹੇ ਦਿਨਾਂ ਵਿੱਚ ਕੀ ਬਣ ਸਕਦਾ ਹੈ? ਸਾਰੀ ਉਮਰ ਤਾਂ ਮੈਂ ਬਾਬੇ ਨਾਨਕ ਦੇ ਦਰ 'ਤੇ ਆਇਆ ਹੀ ਨਾ। ਭਾਈ ਸਾਹਿਬ ਨੇ ਕਿਹਾ, ਹਾਲਾਂ ਵੀ ਕੁਝ ਨਹੀਂ ਵਿਗੜਿਆ। ਹੁਣ ਹੀ ਸਤਿਗੁਰੂ ਦੀ ਸ਼ਰਨ ਪੈ ਜਾ ਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਆਰੰਭ ਦੇ। ਦਿਨ ਰਾਤ ਜਾਪ ਵਿੱਚ ਜੁੜ ਜਾ। ਸਤਿਗੁਰੂ ਨਾਨਕ ਬਖਸ਼ਿੰਦ ਹੈ,
ਉਸ ਦੀ ਬਖਸ਼ਿਸ਼ ਤੋਂ ਆਦਮੀ ਨੂੰ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਾਬਾ ਨਾਨਕ ਹੁਣ ਵੀ ਤੈਨੂੰ ਆਪਣੀ ਗੋਦ ਵਿੱਚ ਲੈ ਲਵੇਗਾ। ਸਾਰੇ ਫਿਕਰ ਤੇ ਚਿੰਤਾ ਛੱਡ ਕੇ ਵਾਹਿਗੁਰੂ ਦੇ ਨਾਮ ਦੇ ਆਰਾਧਨ ਵਿੱਚ ਲੱਗ ਜਾ। ਭਾਈ ਸਾਹਿਬ ਦੀ ਗੱਲ ਸੁਣ ਕੇ ਉਸਨੂੰ ਕੁਝ ਚੈਨ ਆ ਗਿਆ, ਭਰੋਸਾ ਬਚ ਗਿਆ ਤੇ ਉਸਨੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸ ਤਰ੍ਹਾਂ ਉਸਦੇ ਲਗਾਤਾਰ ਨਾਮ ਜਪਦਿਆਂ 2 ਦਿਨ ਲੰਘ ਗਏ। ਦੂਜੇ ਦਿਨ ਭਾਈ ਸਾਹਿਬ ਨੇ ਉਸਨੂੰ ਸੁਪਨੇ ਵਿੱਚ ਵੇਖਿਆ ਕਿ ਉਹ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜੋ ਇਲਾਇਚੀ ਬੇਰ ਹੈ ਉਸ ਦੀ ਇੱਕ ਟਹਿਣੀ ਤੇ ਬੈਠਾ ਹੈ ਤੇ ਬੜਾ ਖੁਸ਼ ਹੈ। ਜਦ ਭਾਈ ਸਾਹਿਬ ਬੇਰੀ ਦੇ ਕੋਲ ਗਏ ਤਾਂ ਉਹ ਉਹਨਾਂ ਨੂੰ ਕਹਿਣ ਲੱਗਾ, ਭਾਈ ਸਾਹਿਬ, ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ। ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਮੈਨੂੰ ਆਪਣੇ ਦਰ ਤੇ ਸੱਦ ਲਿਆ ਹੈ ਤੇ ਮੈਂ ਇੱਥੇ ਆ ਗਿਆ ਹਾਂ। ਦੇਖੋ ਕਿਹੜੇ ਸੋਹਣੇ ਮਿੱਠੇ ਬੇਰ ਹਨ, ਲਓ ਤੁਸੀਂ ਵੀ ਖਾਓ। ਇਤਨੇ ਨੂੰ ਭਾਈ ਸਾਹਿਬ ਦੀ ਅੱਖ ਖੁੱਲ ਗਈ। ਉਸ ਸਮਾਂ ਰਾਤ ਦੇ 1:15 ਵਜੇ ਸਨ। ਸਵੇਰ ਹੁੰਦੇ ਹੀ ਭਾਈ ਸਾਹਿਬ ਨੇ ਬੰਦਾ ਭੇਜ ਕੇ ਉਸ ਦੀ ਹਾਲਤ ਦਾ ਜਦ ਪਤਾ ਕਰਾਇਆ ਤਾਂ ਪਤਾ ਲੱਗਾ ਕਿ ਉਹ ਰਾਤ ਪੂਰੇ 1:15 ਵਜੇ ਗੁਜ਼ਰ ਗਿਆ ਸੀ। ਸੁਪਨੇ ਵਿੱਚ ਹਰਿਮੰਦਰ ਸਾਹਿਬ ਦੀ ਘਟਨਾ ਦਿਸਣ ਤੇ ਸਹੀ ਹੁੰਦਾ ਸੀ ਕਿ ਉਸ ਦੀ ਆਤਮਾ 2 ਦਿਨ ਦੇ ਸਿਮਰਨ ਨਾਲ ਹੀ ਸੁਖੀ ਹੋ ਗਈ ਹੈ ਤੇ ਗੁਰੂ ਦੀ ਮਿਹਰ ਦੀ ਪਾਤਰ ਬਣ ਗਈ ਸੀ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਹਨ ਕਿ ਜੇ ਕੋਈ 5 ਮਿੰਟ ਵੀ ਰੋਜ਼ ਨੇਮ ਨਾਲ ਸਿਮਰਨ ਕਰੇ ਤਾਂ ਉਹ ਪਰਲੋਕ ਲਈ ਆਪਣੇ ਵਾਸਤੇ ਕਾਫੀ ਨਾਮ ਧਨ ਦਾ ਤੋਸਾ ਇਕੱਠਾ ਕਰ ਲੈਂਦਾ ਹੈ, ਜਿੱਥੇ ਮਰਨ ਤੋਂ ਬਾਅਦ ਇਹੋ ਤਾਂ ਨਹੀਂ ਕੰਮ ਆਉਂਦਾ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਕਿਹਾ ਹੈ, ਏਕ ਘੜੀ ਆਦਿ ਹੂੰ ਤੇ ਆਦ। ਅੱਧੀ ਤੋਂ ਅੱਧੀ ਘੜੀ 5 ਮਿੰਟ ਦੇ ਹੀ ਬਰਾਬਰ ਹੁੰਦੀ ਹੈ। ਇਸ ਲਈ ਨਾਮ ਜਪੋ, ਜ਼ਰੂਰ ਜਪੋ। ਕਿਸੇ ਸਾਧੂ ਸੰਤ ਦੇ ਦਰ ਤੇ ਭਟਕਣ ਦੀ ਲੋੜ ਨਹੀਂ। ਨਾਮ ਦੀ ਕਮਾਈ ਆਪਣੀ ਹੀ ਕੀਤੀ ਕਮਾਉਂਦੀ ਹੈ, ਦੂਸਰਾ ਕਿਸੇ ਨੂੰ ਭੋਰਾ ਭਰ ਵੀ ਨਹੀਂ ਦੇ ਸਕਦਾ। ਜਿਹੜਾ ਰੋਟੀ ਖਾਂਦਾ ਹੈ ਰੱਜ ਉਸੇ ਨੂੰ ਹੀ ਆਉਂਦਾ ਹੈ। मोहे गरीब को ले